ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ 9ਵੀਂ ਕਲਾਸ ਦੀ ਪਾਠ ਪੁਸਤਕ ਸਾਹਿਤਮਾਲਾ ਦੇ ਕਵਿਤਾ ਭਾਗ ਵਿੱਚੋਂ ਕਵਿਤਾ ਨੰਬਰ 5 ਪੜ੍ਹਾਂਗੇ, ਜਿਸ ਨੂੰ ਕਿ ਨੰਦ ਲਾਲ ਨੂਰਪੁਰੀ ਜੀ ਨੇ ਲਿਖਿਆ ਹੈ। ਇਸ ਕਵਿਤਾ ਵਿੱਚ ਨੰਦ ਲਾਲ ਨੂਰਪੁਰੀ ਜੀ ਨੇ ਮਾਤਾ ਗੁਜਰੀ ਦੇ ਮਨ ਦੇ ਭਾਵਾਂ ਨੂੰ ਵਿਅਕਤ ਕੀਤਾ ਹੈ ਕਿ ਜਦੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੀਹਾਂ ਵਿੱਚ ਚਿਣਵਾ ਕੇ ਸੂਬਾ ਸਰਹੰਦ ਵੱਲੋਂ ਸ਼ਹੀਦ ਕਰ ਦਿੱਤੇ ਜਾਂਦੇ ਹਨ ਕਿ ਉਸ ਸਮੇਂ ਦੀ ਇੱਕ ਰਾਤ ਤੋਂ ਪਹਿਲਾਂ ਮਾਤਾ ਗੁਜਰੀ ਦੇ ਮਨ ਵਿੱਚ ਕੀ ਚੱਲਦਾ ਸੀ ਬੱਚਿਆਂ ਨੂੰ ਲੈ ਕੇ, ਅਤੇ ਜਦੋਂ ਬੱਚਿਆਂ ਦੀ ਸ਼ਹਾਦਤ ਹੋ ਜਾਂਦੀ ਹੈ ਅਤੇ ਉਸ ਟਾਈਮ ਮਾਤਾ ਦੇ ਮਨ ਦੇ ਉੱਪਰ ਕੀ ਗੁਜ਼ਰਦਾ ਹੈ। ਇਸ ਸਾਰੀ ਕਹਾਣੀ ਨੂੰ ਨੰਦ ਲਾਲ ਨੂਰਪੁਰੀ ਜੀ ਨੇ ਆਪਣੀ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਸੋ ਆਓ ਕਵਿਤਾ ਨੂੰ ਪੜ੍ਹਨ ਤੋਂ ਪਹਿਲਾਂ ਅਸੀਂ ਕਵਿਤਾ ਦੇ ਕਵੀ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਕਵੀ ਦੀ ਜਾਣ ਪਹਿਚਾਣ। ਨੰਦ ਲਾਲ ਨੂਰਪੁਰੀ ਦਾ ਜਨਮ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ। ਉਹ ਬਹੁਤ ਸਮਾਂ ਜਲੰਧਰ ਮਾਡਲ ਹਾਊਸ ਵਿੱਚ ਰਹੇ। ਉਹ ਇੱਕ ਫ਼ਕਰ ਕਵੀ ਸਨ। ਉਹਨਾਂ ਨੇ ਬਹੁਤ ਸਾਰਾ ਲੋਕ ਕਾਵਿ ਰਚਿਆ। ਉਹਨਾਂ ਦੇ ਲਿਖੇ ਗੀਤ ਲੋਕਾਂ ਦੀ ਰੂਹ ਦੀ ਆਵਾਜ਼ ਹਨ ਅਤੇ ਮਨ ਦੇ ਜਜ਼ਬਿਆਂ ਨੂੰ ਪ੍ਰਗਟ ਕਰਦੇ ਹਨ। ਪਿੰਡਾਂ ਅਤੇ ਸ਼ਹਿਰਾਂ ਦੇ ਗੱਭਰੂ ਉਹਨਾਂ ਦੇ ਗੀਤ ਅਕਸਰ ਗੁਣਗੁਣਾਉਂਦੇ ਰਹਿੰਦੇ ਹਨ। ਖਾਸ ਤੌਰ 'ਤੇ ਇੱਥੋਂ ਉੱਡ ਜਾ ਭੋਲਿਆ ਪੰਛੀਆ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਕਾਨੂੰ ਵੇ ਪਿੱਪਲਾ ਖੜ ਖੜ ਲਾਈਆ, ਗੀਤ ਬਹੁਤ ਮਸ਼ਹੂਰ ਹੋਏ। ਉਹਨਾਂ ਦੀਆਂ ਕਈ ਕਵਿਤਾਵਾਂ ਪੰਜਾਬ ਬੋਲਿਆ ਨਾਂ ਹੇਠ ਛਪੀ ਕਿਤਾਬ ਵਿੱਚ ਦਰਜ ਹਨ। ਪਰ ਆਪ ਦਾ ਅੰਤਲਾ ਸਮਾਂ ਬਹੁਤ ਗਰੀਬੀ ਵਿੱਚ ਬੀਤਿਆ ਅਤੇ ਆਪ 1966 ਵਿੱਚ ਰੱਬ ਨੂੰ ਪਿਆਰੇ ਹੋ ਗਏ। ਸੋ ਬੇਟਾ, ਨੰਦ ਲਾਲ ਨੂਰਪੁਰੀ ਜੀ ਜੋ ਵੀ ਲਿਖਤਾਂ ਲਿਖਦੇ ਸੀ ਉਸ ਦੇ ਆਧਾਰ 'ਤੇ ਉਹਨਾਂ ਨੂੰ ਜੋ ਵੀ ਮਿਹਨਤਾਨਾ ਮਿਲਦਾ ਉਸ ਨਾਲ ਹੀ ਆਪਣੀ ਗੁਜ਼ਰ ਬਸਰ ਕਰਦੇ ਸੀ। ਸੋ ਬੇਟਾ, ਨੰਦ ਲਾਲ ਨੂਰਪੁਰੀ ਜੀ ਅੰਤਮ ਸਮੇਂ ਦੇ ਵਿੱਚ ਇੱਕ ਖੂਹ ਵਿੱਚ ਛਾਲ ਮਾਰ ਕੇ ਜਿਹੜਾ ਸੁਸਾਈਡ ਕਰ ਲੈਂਦੇ ਨੇ। ਸੋ ਜੇ ਅਸੀਂ ਕਵੀਆਂ ਦੇ ਵਿੱਚ ਗੱਲ ਕਰੀਏ ਤਾਂ ਨੰਦ ਲਾਲ ਨੂਰਪੁਰੀ ਜੀ ਨੇ ਬੜੇ ਵਧੀਆ ਢੰਗ ਦੇ ਨਾਲ ਜੋ ਮਾਤਾ ਗੁਜਰੀ ਦੇ ਦੁਖਾਂਤ ਨੂੰ ਪੇਸ਼ ਕੀਤਾ ਹੈ। 12ਵੀਂ ਕਲਾਸ ਦੇ ਪਾਠ ਪੁਸਤਕ ਵਿੱਚ ਵੀ ਇਹਨਾਂ ਦੀ ਕਵਿਤਾ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਨੂੰ ਸ਼ਾਮਲ ਕੀਤਾ ਗਿਆ ਹੈ। ਬੇਟਾ, ਇਸ ਕਵਿਤਾ ਦੇ ਵਿੱਚ ਇਹਨਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੀ ਸ਼ਹਾਦਤ ਨੂੰ ਚਿਤਰਿਆ ਹੈ ਇਸ ਕਵਿਤਾ ਦੇ ਵਿੱਚ, ਅਤੇ ਤੁਹਾਡੀ ਪਾਠ ਪੁਸਤਕ ਵਿੱਚ ਇਹਨਾਂ ਦੀ ਦਿੱਤੀ ਹੋਈ ਕਵਿਤਾ ਹੈ। ਆਓ ਪੜ੍ਹਦੇ ਹਾਂ ਕਵਿਤਾ ਦਾ ਪਹਿਲਾ ਪੈਰਾ ਅਤੇ ਇਸ ਦੀ ਵਿਆਖਿਆ ਅਤੇ ਪ੍ਰਸੰਗ ਨੂੰ ਜਾਣਦੇ ਹਾਂ। ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ, ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ, ਨੀ ਕੱਲ੍ਹ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ, ਪਿੰਡਿਆਂ 'ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂੰਗੀ ਲੋਹੜੀ, ਢਿੱਡ ਦਾ ਸੇਕ ਬੁਰਾ ਨੀ ਮੈਥੋਂ ਝੱਲਿਆ ਨਾ ਜਾਵੇ, ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ। ਸੋ ਬੇਟਾ, ਘੋੜੀਆਂ ਗਾਉਣਾ ਭਾਵ ਹੁੰਦਾ ਸ਼ਗਨ ਮਨਾਉਣੇ, ਸ਼ਗਨਾਂ ਦੇ ਗਾਣੇ ਗਾਉਣੇ। ਮਾਤਾ ਗੁਜਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ, ਚੰਦਾਂ ਦੀਆਂ ਪੋਤਰਿਆਂ ਦੀਆਂ, ਹੀਰਿਆਂ ਦੀ ਜੋੜੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ। ਪਿੰਡਿਆਂ ਤੋਂ ਭਾਵ ਹੈ ਸਰੀਰਾਂ, ਸਰੀਰ ਜਾਂ ਸਰੀਰਾਂ। ਝੱਲਿਆ ਤੋਂ ਭਾਵ ਸਹਾਰਿਆ। ਸੋ ਬੇਟਾ, ਜਦੋਂ ਵੀ ਅਸੀਂ ਕੋਈ ਪ੍ਰਸੰਗ ਸਹਿਤ ਵਿਆਖਿਆ ਕਰਦੇ ਹਾਂ ਸੋ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਖਾਸ ਗੱਲ ਧਿਆਨ ਦੇਣ ਯੋਗ ਹੁੰਦੀ ਹੈ ਇਹ ਹੁੰਦੀ ਹੈ ਕਿ ਇਹ ਕਾਵਿ ਸਤਰਾਂ, ਜਿਵੇਂ ਅਸੀਂ ਪੜ੍ਹ ਰਹੇ ਹਾਂ ਕਿ ਇਹ ਕਾਵਿ ਸਤਰਾਂ ਨੰਦ ਲਾਲ ਨੂਰਪੁਰੀ ਦੀ ਕਵਿਤਾ ਮਾਤਾ ਗੁਜਰੀ ਜੀ ਵਿੱਚੋਂ ਲਈਆਂ ਗਈਆਂ ਹਨ। ਸੋ ਸਭ ਤੋਂ ਪਹਿਲੀ ਗੱਲ, ਕਵਿਤਾ ਦਾ ਨਾਮ ਜੋ ਕਿ ਸਾਹਿਤਮਾਲਾ 9 ਪਾਠ ਪੁਸਤਕ ਹੈ ਬੇਟਾ, ਇਹ ਜੋ ਕਿ ਸਾਹਿਤਮਾਲਾ 9 ਪਾਠ ਪੁਸਤਕ ਵਿੱਚ ਦਰਜ ਹਨ। ਦੋ ਗੱਲਾਂ ਖਾਸ ਧਿਆਨ ਦੇਣ ਯੋਗ ਨੇ, ਕਵੀ ਦਾ ਨਾਮ, ਕਵਿਤਾ ਦਾ ਨਾਮ ਅਤੇ ਪਾਠ ਪੁਸਤਕ ਦਾ ਨਾਮ।
ਅੱਗੇ ਪੜ੍ਹਦੇ ਹਾਂ ਕਿ ਇਸ ਕਵਿਤਾ ਵਿੱਚ ਕਵੀ ਨੇ ਮਾਤਾ ਗੁਜਰੀ ਜੀ ਦੇ ਦੋ ਛੋਟੇ ਪੋਤਰਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਸਰਹੰਦ ਵਿਖੇ ਨੀਹਾਂ ਵਿੱਚ ਚਿਣੇ ਜਾਣ ਦੀ ਦਰਦਨਾਕ ਘਟਨਾ ਨੂੰ ਬਿਆਨ ਕੀਤਾ ਹੈ। ਸੋ ਬੇਟਾ ਜਿਹੜਾ ਇਹ ਪ੍ਰਸੰਗ ਆ, ਇਹ ਪੂਰੀ ਕਵਿਤਾ ਦੇ ਵਿੱਚੋਂ ਕੋਈ ਵੀ ਪੈਰਾ ਤੁਹਾਨੂੰ ਪਾਠ ਪੁਸਤਕ ਦੇ ਆਧਾਰ 'ਤੇ ਪੁੱਛ ਲਿਆ ਜਾਂਦਾ ਹੈ ਵਿਆਖਿਆ ਦੇ ਲਈ, ਤਾਂ ਤੁਸੀਂ ਉਹਦਾ ਪ੍ਰਸੰਗ ਇਸੇ ਤਰ੍ਹਾਂ ਲਿਖਣਾ ਹੈ। ਆਓ ਪੜ੍ਹਦੇ ਹਾਂ ਵਿਆਖਿਆ। ਕਵੀ ਨੰਦ ਲਾਲ ਨੂਰਪੁਰੀ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਅੱਧੀ ਅੱਧੀ ਰਾਤ ਤੱਕ ਬੈਠ ਕੇ ਆਪਣੇ ਚੰਨ ਵਰਗੇ ਛੋਟੇ ਪੋਤਰਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਵਿਛੋੜੇ ਤੇ ਮੌਤ ਦੇ ਸੱਲ ਨੂੰ ਘੋੜੀਆਂ ਗਾ ਕੇ ਪ੍ਰਗਟ ਕਰਦੇ ਹਨ। ਉਹ ਕਹਿੰਦੇ ਹਨ ਕਿ ਮੈਨੂੰ ਮੇਰੇ ਚੰਨ ਵਰਗੇ ਪੋਤਰਿਆਂ ਦਾ ਚਾਨਣਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ, ਭਾਵ ਉਹ ਮੈਨੂੰ ਕਿਤੇ ਵੀ ਨਜ਼ਰ ਨਹੀਂ ਆ ਰਹੇ। ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਕੱਲ੍ਹ ਜਦੋਂ ਮੇਰੇ ਕੋਲ ਮੇਰੀ ਹੀਰਿਆਂ ਦੀ ਜੋੜੀ, ਭਾਵ ਮੇਰੇ ਦੋਵੇਂ ਪੋਤਰੇ ਸੌਣ ਲੱਗੇ ਸਨ, ਤਾਂ ਮੈਂ ਉਹਨਾਂ ਦੇ ਕੋਮਲ ਸਰੀਰਾਂ ਉੱਪਰ ਹੱਥ ਫੇਰ ਕੇ ਗਿਆ ਸੀ ਕਿ ਮੈਂ ਇਸ ਵਾਰੀ ਆਪਣੇ ਪੋਤਰਿਆਂ ਦੀ ਲੋਹੜੀ ਵੰਡਾਂਗੀ, ਪਰ ਉਹ ਅੱਜ ਮੇਰੇ ਕੋਲ ਸਦਾ ਲਈ ਜਾਂ ਮੇਰੇ ਕੋਲੋਂ ਸਦਾ ਲਈ ਚਲੇ ਗਏ ਹਨ। ਪਰ ਇਸ ਢਿੱਡ ਦਾ ਛੇਕ ਬਹੁਤ ਬੁਰਾ ਹੈ, ਭਾਵ ਬੱਚੇ ਮਾਂ-ਬਾਪ ਦੀਆਂ ਆਂਦਰਾਂ ਹੁੰਦੇ ਹਨ ਅਤੇ ਮੇਰੇ ਤੋਂ ਉਹਨਾਂ ਦਾ ਵਿਛੋੜਾ ਝੱਲਿਆ ਨਹੀਂ ਜਾ ਰਿਹਾ। ਸੋ ਇੱਥੇ ਬੇਟਾ ਮਾਤਾ ਗੁਜਰੀ ਜੀ ਦੀ ਮਨੋਸਥਿਤੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਓ ਅਸੀਂ ਪੜ੍ਹਦੇ ਹਾਂ 2 ਨੰਬਰ ਪੈਰੇ ਦੇ ਵਿੱਚ। ਸੁਪਨਾ ਸੱਚ ਹੋ ਗਿਆ, ਮੇਰੇ ਨਾਲ ਝਗੜ ਪਈ ਹੋਣੀ, ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲੁਕਾਉਣੀ, ਨੀ ਛਾਤੀ ਨਾਲ ਮੈਂ ਲਾ ਲਏ, ਜਾਂ ਉਹ ਉਛਲੀ ਭਰਨ ਕਲਾਵੇ, ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਨਾਂ ਦੀਆਂ ਗਾਵੇ। ਹੁਣ ਝਗੜ ਪਈ ਤੋਂ ਭਾਵ ਹੈ ਬੇਟਾ ਹੋਣੀ ਹੁੰਦੀ ਹੈ ਮੌਤ। ਮਾਤਾ ਜੀ ਨੂੰ ਸੁਪਨਾ ਆਇਆ, ਝਗੜ ਪਈ, ਲੜ ਪਈ। ਲੁਕਾਉਣੀ ਮਤਲਬ ਲੁਕੋ ਲੈਣਾ, ਖਤਮ ਕਰ ਦੇਣਾ। ਕਹਿੰਦੀ ਮੈਂ ਤੇਰੀ ਜੋੜੀ ਨੂੰ ਲੁਕੋ ਲੂੰਗੀ ਇੱਟਾਂ ਦੇ ਵਿੱਚ। ਕਲਾਵੇ ਤੋਂ ਭਾਵ ਬੁੱਕਲ ਵਿੱਚ। ਕਹਿੰਦੇ ਜਦੋਂ ਉਹ ਰਾਤ ਨੂੰ ਜਦੋਂ ਸੁਪਨਾ ਆਉਂਦਾ ਮਾਤਾ ਜੀ ਨੂੰ ਕਿ ਜਦੋਂ ਮੌਤ ਰਾਣੀ ਇਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ, ਆਪਣੀ ਗਲਵੱਕੜੀ ਦੇ ਵਿੱਚ ਭਰਨਾ ਚਾਹੁੰਦੀ ਹੈ, ਤਾਂ ਮਾਂ ਗੁਜਰੀ ਇਹਨਾਂ ਨੂੰ ਘੁੱਟ ਕੇ ਸੀਨੇ ਨਾਲ ਲਾ ਲੈਂਦੀ ਹੈ। ਸੋ ਇੱਕ ਬੁਰਾ ਸੁਪਨਾ ਮਾਤਾ ਜੀ ਨੂੰ ਕਿਵੇਂ ਆਇਆ ਬੱਚਿਆਂ ਦੇ ਪ੍ਰਤੀ, ਆਓ ਵਿਆਖਿਆ ਦੇ ਰੂਪ ਵਿੱਚ ਜਾਣਦੇ ਹਾਂ। ਪ੍ਰਸੰਗ ਤੁਸੀਂ ਬਿਲਕੁਲ ਉਸੇ ਤਰ੍ਹਾਂ ਲਿਖਣਾ ਹੈ ਜਿਵੇਂ ਕਿ ਅਸੀਂ ਪਹਿਲਾਂ ਸਮਝਾਇਆ ਹੈ। ਵਿਆਖਿਆ ਦੇ ਵਿੱਚ ਕਵੀ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਮੇਰਾ ਬੁਰਾ ਸੁਪਨਾ ਸੱਚ ਹੋ ਗਿਆ, ਮੈਨੂੰ ਜਿਸ ਚੀਜ਼ ਦਾ ਡਰ ਸੀ ਉਹੀਓ ਹੋਇਆ। ਸੁਪਨੇ ਵਿੱਚ ਮੇਰੇ ਨਾਲ ਹੋਣੀ ਲੜ ਪਈ, ਉਹ ਮੈਨੂੰ ਕਹਿਣ ਲੱਗੀ ਕਿ ਮੈਂ ਇੱਟ ਉੱਤੇ ਇੱਟ ਰੱਖ ਕੇ ਤੇਰੇ ਪੋਤਰਿਆਂ ਦੀ, ਜੋ ਕਿ ਹੀਰਿਆਂ ਦੇ ਵਾਂਗ ਚਮਕ ਰਹੇ ਹਨ, ਉਹਨਾਂ ਦੀ ਚਮਕ ਨੂੰ ਲੁਕਾ ਦੇਣਾ ਹੈ। ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਮੈਂ ਆਪਣੇ ਦੋਵੇਂ ਛੋਟੇ ਪੋਤਰਿਆਂ ਨੂੰ ਆਪਣੀ ਛਾਤੀ ਨਾਲ ਉਸ ਵਕਤ ਲਗਾ ਲਿਆ ਜਦੋਂ ਹੋਣੀ ਉਹਨਾਂ ਦਾ ਕਲਾਵਾ ਭਰਨ ਲਈ ਅਗਾਂਹ ਵਧੀ। ਮਾਤਾ ਗੁਜਰੀ ਜੀ ਅੱਧੀ ਅੱਧੀ ਰਾਤੀ ਉੱਠ ਕੇ ਆਪਣੇ ਪੋਤਰਿਆਂ ਦੇ ਵਿਛੋੜੇ ਤੇ ਮੌਤ ਦੇ ਛੱਲ ਨੂੰ ਘੋੜੀਆਂ ਗਾ ਕੇ ਪ੍ਰਗਟ ਕਰਦੇ ਹਨ। ਸੋ ਬੇਟਾ ਇੱਕ ਜਿਹੜਾ ਬੁਰਾ ਸੁਪਨਾ ਮਾਤਾ ਗੁਜਰੀ ਜੀ ਨੂੰ ਪੋਤਰਿਆਂ ਬਾਰੇ ਆਉਂਦਾ ਹੈ, ਉਸ ਦਾ ਜ਼ਿਕਰ ਕਵੀ ਨੇ ਬਹੁਤ ਸੋਹਣੀਆਂ ਲਾਈਨਾਂ ਦੇ ਵਿੱਚ ਕੀਤਾ ਹੈ। ਸੋ 3 ਨੰਬਰ ਪੈਰੇ ਦੇ ਵਿੱਚ ਪੜ੍ਹਦੇ ਹਾਂ ਇਸ ਕਵਿਤਾ ਦਾ ਅਗਲਾ ਭਾਵ। ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਕੋਲ ਕਦ ਜਾਣਾ, ਐਤਕੀ ਤਾਂ ਰੱਜ ਰੱਜ ਕੇ ਅਸੀਂ ਹੱਸ ਹੱਸ ਗਲ ਲੱਗ ਜਾਣਾ। ਇੱਕ ਇੱਕ ਬੋਲ ਚੰਦਰਾ, ਨੀ ਮੇਰੇ ਧੂ ਕਾਲਜੇ ਨੂੰ ਪਾਵੇ, ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਨਾਂ ਦੀਆਂ ਗਾਵੇ। ਹੁਣ ਜਿਹੜੀਆਂ ਘੋੜੀਆਂ ਗਾ ਰਹੀ ਹੈ ਅੱਧੀ ਰਾਤੀ ਮਾਂ ਬੈਠੀ, ਉਹ ਦੇਖਦੀ ਹੈ ਕਿ ਇੱਕ ਦਿਨ ਮੇਰੇ ਪੋਤਰੇ ਕਹਿੰਦੇ ਸੀ ਕਿ ਆਪਾਂ ਮੇਰੇ ਪਿਤਾ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਦੋਂ ਜਾਵਾਂਗੇ ਅਤੇ ਹੱਸ ਹੱਸ ਕੇ ਅਸੀਂ ਪਿਤਾ ਦੇ ਗਲ ਲੱਗਾਂਗੇ।
ਸੋ ਮਾਤਾ ਵੇਖਦੀ ਹੈ ਕਿ ਉਹ ਆਪਣੇ ਪਿਤਾ ਨੂੰ ਵੀ ਨਹੀਂ ਮਿਲ ਪਾਏ ਅਤੇ ਇਸ ਸੰਸਾਰ 'ਚੋਂ ਵੀ ਚਲੇ ਗਏ, ਆਪਣੇ ਦਿਲ ਦੇ ਵਿੱਚ ਆਪਣੇ ਪਿਤਾ ਨੂੰ ਮਿਲਣ ਦਾ ਦਰਦ ਲੈ ਕੇ। ਦਾਦੀ ਤੋਂ ਭਾਵ ਮਾਤਾ ਗੁਜਰੀ ਜੀ, ਪਿਤਾ ਜੀ ਤੋਂ ਭਾਵ ਗੁਰੂ ਗੋਬਿੰਦ ਸਿੰਘ ਜੀ, ਧੂ ਤੋਂ ਭਾਵ ਹੁੰਦਾ ਹੈ ਖਿੱਚ। ਸੋ ਪ੍ਰਸੰਗ ਅਸੀਂ ਬਿਲਕੁਲ ਉਸੇ ਤਰ੍ਹਾਂ ਲਿਖਣਾ ਹੈ। ਸੋ ਆਓ ਅੱਗੇ ਪੜ੍ਹਦੇ ਹਾਂ ਵਿਆਖਿਆ। ਕਵੀ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਉਹਨਾਂ ਤੋਂ ਪੁੱਛਦੇ ਸਨ ਕਿ ਦਾਦੀ ਜੀ, ਅਸੀਂ ਆਪਣੇ ਪਿਤਾ ਜੀ ਕੋਲ ਕਦੋਂ ਜਾਣਾ ਹੈ? ਇਸ ਵਾਰੀ ਜਦੋਂ ਪਿਤਾ ਜੀ ਸਾਨੂੰ ਮਿਲੇ ਤਾਂ ਅਸੀਂ ਹੱਸ ਹੱਸ ਕੇ ਅਤੇ ਰੱਜ ਰੱਜ ਕੇ ਉਹਨਾਂ ਦੇ ਗਲੇ ਨਾਲ ਲੱਗਣਾ ਹੈ। ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਉਹਨਾਂ ਛੋਟੇ ਸਾਹਿਬਜ਼ਾਦਿਆਂ ਦਾ ਇੱਕ ਇੱਕ ਬੋਲ ਮੇਰੇ ਕਾਲਜੇ ਉੱਪਰ ਬੁਰੀ ਤਰ੍ਹਾਂ ਨਾਲ ਚੋਟ ਕਰ ਰਿਹਾ ਹੈ। ਮਾਤਾ ਗੁਜਰੀ ਜੀ ਅੱਧੀ ਅੱਧੀ ਰਾਤੀ ਉੱਠ ਕੇ ਆਪਣੇ ਪੋਤਰਿਆਂ ਦੇ ਵਿਛੋੜੇ ਅਤੇ ਮੌਤ ਦੇ ਛਲ ਨੂੰ ਘੋੜੀਆਂ ਗਾ ਕੇ ਪ੍ਰਗਟ ਕਰਦੇ ਹਨ। ਸੋ ਬੱਚਿਆਂ ਦੀਆਂ ਤੋਤਲੀਆਂ ਆਵਾਜ਼ਾਂ ਕਿ ਕਿਵੇਂ ਉਹ ਵਿਆਕੁਲ ਸਨ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਲਈ, ਅਤੇ ਉਹ ਆਪਣੇ ਪਿਤਾ ਜੀ ਨੂੰ ਮਿਲਣ ਦੀ ਚਾਕ ਲੈ ਕੇ ਦਿਲ ਵਿੱਚ ਹੀ ਇਸ ਸੰਸਾਰ ਵਿੱਚੋਂ ਸਿੱਖ ਧਰਮ ਦੇ ਲਈ ਸ਼ਹਾਦਤ ਦੇ ਕੇ ਚਲੇ ਜਾਂਦੇ ਨੇ। ਅਤੇ ਮਾਤਾ ਜੀ ਇਹਨਾਂ ਗੱਲਾਂ ਨੂੰ ਯਾਦ ਕਰਕੇ ਬਹੁਤ ਅਫਸੋਸ ਕਰਦੇ ਹਨ ਅਤੇ ਇਹਨਾਂ ਭਾਵਾਂ ਨੂੰ ਘੋੜੀਆਂ ਗਾ ਕੇ ਪ੍ਰਗਟ ਕਰਦੇ ਹਨ। 4 ਨੰਬਰ ਕਵਿਤਾ ਦੇ ਪਹਿਰੇ ਵਿੱਚ ਪੜ੍ਹਦੇ ਹਾਂ। ਕੱਲ੍ਹ ਮੇਰੇ ਕੋਲ ਵਸਦੇ, ਅੱਜ ਨਜ਼ਰ ਕਿਤੇ ਨਾ ਆਂਦੇ, ਨਿੱਕੇ ਨਿੱਕੇ ਓਦਰੇ ਹੋਏ, ਕਿਹਨੂੰ ਹੋਣਗੇ ਦਰਦ ਸੁਣਾਉਂਦੇ, ਵੇ ਲੱਭ ਤੇ ਸਹੀ ਨੂਰਪੁਰੀ, ਮੇਰੇ ਨੈਣਾ ਨੂੰ ਨੀਂਦ ਨਾ ਆਵੇ, ਅੱਧੀ ਰਾਤੀ ਮਾਂ ਗੁਜਰੀ, ਬੈਠੀ ਘੋੜੀਆਂ ਚੰਨਾਂਦੀਆਂ ਗਾਵੇ। ਵਸਦੇ ਤੋਂ ਭਾਵ ਹੁੰਦਾ ਹੈ ਰਹਿੰਦੇ, ਆਂਦੇ ਤੋਂ ਭਾਵ ਹੈ ਆਉਂਦੇ, ਓਦਰੇ ਹੋਏ ਭਾਵ ਘਬਰਾਏ ਹੋਏ, ਸਹਿਮੇ ਹੋਏ, ਕਿਹਨੂੰ ਤੋਂ ਭਾਵ ਕਿਸ ਨੂੰ। ਪ੍ਰਸੰਗ ਬਿਲਕੁਲ ਉਸੇ ਤਰ੍ਹਾਂ ਲਿਖਣਾ ਹੈ ਜਿਵੇਂ ਆਪਾਂ ਉੱਪਰ ਪੜ੍ਹ ਕੇ ਆਏ ਹਾਂ। ਵਿਆਖਿਆ ਪੜ੍ਹਦੇ ਹਾਂ ਕਿ ਕਵੀ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਕੱਲ੍ਹ ਤੱਕ ਤਾਂ ਮੇਰੇ ਛੋਟੇ ਪੋਤਰੇ ਮੇਰੇ ਕੋਲ ਮੇਰੇ ਨਾਲ ਵੱਸਦੇ ਸਨ, ਪਰ ਅੱਜ ਉਹ ਮੈਨੂੰ ਕਿਸੇ ਵੀ ਪਾਸੇ ਨਜ਼ਰ ਨਹੀਂ ਆ ਰਹੇ। ਉਹ ਨਿੱਕੇ ਨਿੱਕੇ ਮਾਸੂਮ ਬੱਚੇ ਆਪਣਾ ਹਾਲ ਕਿਸ ਨੂੰ ਸੁਣਾਉਂਦੇ ਹੋਣਗੇ। ਕਵੀ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਉਹਨਾਂ ਨੂੰ ਲੱਭੋ ਤਾਂ ਸਹੀ, ਮੇਰੀਆਂ ਅੱਖੀਆਂ ਨੂੰ ਮੇਰੇ ਪੋਤਰਿਆਂ ਤੋਂ ਬਗੈਰ ਨੀਂਦ ਨਹੀਂ ਆਉਂਦੀ। ਮਾਤਾ ਗੁਜਰੀ ਜੀ ਅੱਧੀ ਅੱਧੀ ਰਾਤ ਉੱਠ ਕੇ ਆਪਣੇ ਪੋਤਰਿਆਂ ਦੇ ਵਿਛੋੜੇ ਅਤੇ ਮੌਤ ਦੇ ਸੱਲ ਨੂੰ ਘੋੜੀਆਂ ਗਾ ਕੇ ਪ੍ਰਗਟ ਕਰਦੇ ਹਨ। ਸੋ ਬੇਟਾ ਇੱਥੇ ਮਾਤਾ ਗੁਜਰੀ ਜੀ ਦੇ ਦੁੱਖ ਨੂੰ ਕਵਿਤਾ ਮਈ ਰੂਪ, ਇਸ ਗੀਤ ਮਈ ਰੂਪ ਦੇ ਵਿੱਚ ਨੰਦ ਲਾਲ ਨੂਰਪੁਰੀ ਜੀ ਨੇ ਪ੍ਰਗਟ ਕੀਤਾ ਹੈ। ਸੋ ਆਓ ਇਸ ਕਵਿਤਾ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰਾਂ ਨੂੰ ਵੀ ਅੱਗੇ ਪੜ੍ਹਦੇ ਹਾਂ। ਪਾਠ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ, ਮਾਤਾ ਗੁਜਰੀ ਜੀ ਕਵਿਤਾ ਦਾ ਕੇਂਦਰੀ ਭਾਵ ਲਿਖੋ। ਸੋ ਬੇਟਾ ਜਿਵੇਂ ਅਸੀਂ ਕਵਿਤਾ ਪੜ੍ਹੀ ਹੈ, ਇਸ ਕਵਿਤਾ ਦੇ ਵਿੱਚ ਇੱਕ ਮਾਂ ਦੇ ਦੁੱਖ ਨੂੰ ਪ੍ਰਗਟ ਕੀਤਾ ਗਿਆ ਹੈ, ਇੱਕ ਦਾਦੀ ਮਾਂ ਦੇ ਦੁੱਖ ਨੂੰ ਪ੍ਰਗਟ ਕੀਤਾ ਗਿਆ ਹੈ। ਸੋ ਇਸ ਦੁੱਖ ਦੇ ਵਿੱਚ ਮਾਤਾ ਗੁਜਰੀ ਜੀ ਆਪਣੇ ਬੱਚਿਆਂ ਦੀਆਂ ਤੋਤਲੀਆਂ ਆਵਾਜ਼ਾਂ, ਉਹਨਾਂ ਦੀ ਅਣਭੋਲ ਛੋਟੀ ਉਮਰ ਦੇ ਵਿੱਚ ਦਿੱਤੀ ਹੋਈ ਸ਼ਹਾਦਤ ਨੂੰ, ਉਹਨਾਂ ਨਾਲ ਬੀਤੀਆਂ ਹੋਈਆਂ ਯਾਦਾਂ ਨੂੰ, ਉਹਨਾਂ ਨਾਲ ਬੀਤੇ ਹੋਏ ਪਲਾਂ ਨੂੰ ਕਿਵੇਂ ਯਾਦ ਕਰਦੇ ਨੇ, ਅਤੇ ਮਨ ਦੇ ਵਿੱਚ ਉਹਨਾਂ ਦੇ ਬੱਚਿਆਂ ਪ੍ਰਤੀ ਜੋ ਅਥਾਹ ਪਿਆਰ ਹੈ ਉਸ ਨੂੰ ਕਵੀ ਨੇ ਇਸ ਕਵਿਤਾ ਦੇ ਵਿੱਚ ਪ੍ਰਗਟ ਕੀਤਾ ਹੈ। ਆਓ ਪੜ੍ਹਦੇ ਹਾਂ ਪ੍ਰਸੰਗ। ਕੇਂਦਰੀ ਭਾਵ। ਇਸ ਕਵਿਤਾ ਵਿੱਚ ਕਵੀ ਨੇ ਮਾਤਾ ਗੁਜਰੀ ਜੀ ਨੂੰ ਸਰਹੰਦ ਵਿਖੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਛੋਟੇ ਸਾਹਿਬਜ਼ਾਦਿਆਂ ਦੇ ਦਰਦ ਭਿੰਨੇ ਵਿਛੋੜੇ ਦੇ ਸੋਗ ਨੂੰ ਘੋੜੀਆਂ ਗਾ ਕੇ ਪ੍ਰਗਟ ਕਰਦਿਆਂ ਦਰਸਾਇਆ ਗਿਆ ਹੈ। ਉਹ ਕਹਿ ਰਹੇ ਸਨ ਕਿ ਉਹਨਾਂ ਨੂੰ ਅੱਜ ਆਪਣੀਆਂ ਅੱਖਾਂ ਦੇ ਤਾਰਿਆਂ ਦੀ ਰੌਸ਼ਨੀ ਦਿਖਾਈ ਨਹੀਂ ਦੇ ਰਹੀ ਅਤੇ ਉਹਨਾਂ ਦੇ ਵਿਛੋੜੇ ਨੂੰ ਸਹਿਣਾ ਉਹਨਾਂ ਲਈ ਬੜਾ ਔਖਾ ਹੈ। ਸੋ ਜੇ ਅਸੀਂ ਬੇਟਾ ਘੱਟ ਸ਼ਬਦਾਂ 'ਚ ਕਹਿਣਾ ਹੋਵੇ ਕਿ ਦਾਦੀ ਮਾਂ ਕਿਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੇ ਦੁੱਖ ਵਿੱਚ ਵਿਆਕੁਲ ਹਨ, ਪਰੇਸ਼ਾਨ ਹਨ, ਉਸ ਦਰਦ ਨੂੰ ਕਵੀ ਨੇ ਇਸ ਕਵਿਤਾ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪ੍ਰਸ਼ਨ ਨੰਬਰ 2, ਮਾਤਾ ਗੁਜਰੀ ਜੀ ਕਵਿਤਾ ਕਿਹੜੇ ਸਾਹਿਬਜ਼ਾਦਿਆਂ ਵੱਲ ਸੰਕੇਤ ਕਰਦੀ ਹੈ? ਜਿਵੇਂ ਬੇਟਾ ਪਲੱਸ 2 ਕਲਾਸ ਦੇ ਵਿੱਚ ਸਿਲੇਬਸ 'ਚ ਹੈ ਕਵਿਤਾ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ। ਉਹ ਜੁਝਾਰ ਸਿੰਘ, ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਸ਼ਹੀਦੀ ਨਾਲ ਸੰਬੰਧ ਰੱਖਦੀ ਕਵਿਤਾ ਹੈ। ਸੋ ਜਿਹੜੀ ਇਹ ਕਵਿਤਾ ਹੈ ਮਾਤਾ ਗੁਜਰੀ ਬੇਟਾ, ਮਾਤਾ ਗੁਜਰੀ ਜੀ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਵੱਲ ਸੰਕੇਤ ਕਰਦੀ ਹੈ। ਸੰਕੇਤ ਤੋਂ ਭਾਵ ਵੀ ਇਹ ਕਵਿਤਾ ਕਿਹਨਾਂ ਨਾਲ ਸੰਬੰਧਿਤ ਹੈ? ਛੋਟੇ ਸਾਹਿਬਜ਼ਾਦਿਆਂ ਦੇ ਨਾਲ। ਸੋ ਅੱਗੇ ਬੇਟਾ ਤੁਹਾਨੂੰ ਜਿਹੜੇ ਪਾਠ ਪੁਸਤਕ ਦੇ ਵਿੱਚ ਪ੍ਰਸ਼ਨ ਨੇ ਬਹੁ ਵਿਕਲਪੀ, ਇੱਥੇ ਇਹਨਾਂ ਦੇ ਉੱਤਰ ਤੁਹਾਨੂੰ ਸਕਰੀਨ 'ਤੇ ਟਿਕ ਕਰਕੇ ਨਹੀਂ ਦੱਸੇ ਗਏ। ਇਹ ਇਸ ਲਈ ਨਹੀਂ ਕਿ ਤੁਸੀਂ ਇਹਨਾਂ ਨੂੰ ਪੂਰੀ ਕਵਿਤਾ ਨੂੰ ਸੁਣ ਕੇ ਪ੍ਰੈਕਟਿਸ ਕਰੋ ਜਦੋਂ ਵੀ ਸਕਰੀਨ ਦੇ ਉੱਪਰ ਪ੍ਰਸ਼ਨ ਆਵੇ। ਸੋ ਪਹਿਲਾ ਪ੍ਰਸ਼ਨ ਹੈ, ਮਾਤਾ ਗੁਜਰੀ ਜੀ ਕਵਿਤਾ ਕਿਸ ਦੀ ਲਿਖੀ ਹੋਈ ਹੈ? ਅਸੀਂ ਹੁਣੀ ਉੱਪਰ ਪੜ੍ਹ ਕੇ ਆਏ ਹਾਂ। ਕਵੀ ਦਾ ਨਾਮ ਹੈ ਈੜੀ ਉੱਤਰ ਨੰਦ ਲਾਲ ਨੂਰਪੁਰੀ। ਨੰਦ ਲਾਲ ਨੂਰਪੁਰੀ ਦਾ ਜੀਵਨ ਕਾਲ ਦੱਸੋ। ਨੰਦ ਲਾਲ ਨੂਰਪੁਰੀ ਜੀ ਬੇਟਾ 1906 ਤੋਂ ਲੈ ਕੇ 1966 ਈਸਵੀ ਤੱਕ ਇਸ ਸੰਸਾਰ ਦੇ ਉੱਪਰ ਵਿਚਰੇ। ਸੋ ਪ੍ਰਸ਼ਨ ਦਾ ਉੱਤਰ ਹੈ ਐੜਾ। ਸੋ 3 ਨੰਬਰ ਪ੍ਰਸ਼ਨ ਹੈ, ਨੰਦ ਲਾਲ ਨੂਰਪੁਰੀ ਦੀ ਕਵਿਤਾ ਦਾ ਨਾਂ ਦੱਸੋ। ਸੋ ਅਸੀਂ ਹੁਣੇ ਹੀ ਪੂਰੀ ਕਵਿਤਾ ਪੜ੍ਹੀ ਹੈ ਜਿਸ ਦੇ ਵਿੱਚ ਅਸੀਂ ਪੜ੍ਹ ਕੇ ਆਏ ਹਾਂ। ਉੱਤਰ ਹੈ ਈੜੀ ਮਾਤਾ ਗੁਜਰੀ ਜੀ। ਮਾਤਾ ਗੁਜਰੀ ਜੀ ਕੌਣ ਸਨ? ਹੁਣ ਜੇ ਅਸੀਂ ਦੱਸਣਾ ਹੋਵੇ ਤੇ ਸਾਹਿਬਜ਼ਾਦਿਆਂ ਦੇ ਦਾਦੀ ਜੀ ਵੀ ਸਨ, ਗੁਰੂ ਤੇਗ ਬਹਾਦਰ ਜੀ ਦੇ ਪਤਨੀ ਵੀ ਸਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਵੀ ਸਨ। ਇਹ ਤਿੰਨੇ ਪ੍ਰਸ਼ਨਾਂ ਨੂੰ ਇਸ ਤਰ੍ਹਾਂ ਉਲਟਾ ਕੇ ਪੁੱਛਿਆ ਜਾ ਸਕਦਾ। ਸੋ ਇਸ ਕਵਿਤਾ ਦੇ ਆਧਾਰ 'ਤੇ ਅਸੀਂ ਉੱਤਰ ਦੇਵਾਂਗੇ ਐੜਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ। ਸੋ ਪ੍ਰਸ਼ਨ ਨੰਬਰ 5, ਮਾਤਾ ਗੁਜਰੀ ਜੀ ਕਵਿਤਾ ਵਿੱਚ ਹੀਰਿਆਂ ਦੀ ਜੋੜੀ ਕਿਸ ਨੂੰ ਕਿਹਾ ਗਿਆ ਹੈ? ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ। ਸੋ ਇਹਦਾ ਬੂਥ ਆਏਗਾ ਉੱਤਰ ਈੜੀ, ਊੜਾ ਅਤੇ ਐੜਾ ਦੋਵਾਂ ਨੂੰ। ਸੋ ਇਹਦਾ ਉੱਤਰ ਹੈ ਈੜੀ। ਪ੍ਰਸ਼ਨ ਨੰਬਰ 6, ਛੋਟੇ ਸਾਹਿਬਜ਼ਾਦਿਆਂ ਦੇ ਦਾਦਾ ਜੀ ਕੌਣ ਸਨ? 6 ਨੰਬਰ ਪ੍ਰਸ਼ਨ ਦਾ ਉੱਤਰ ਹੈ ਈੜੀ ਸ੍ਰੀ ਗੁਰੂ ਤੇਗ ਬਹਾਦਰ ਜੀ। 7 ਨੰਬਰ ਪ੍ਰਸ਼ਨ ਹੈ, ਛੋਟੇ ਸਾਹਿਬਜ਼ਾਦੇ ਕਿਵੇਂ ਸ਼ਹੀਦ ਕੀਤੇ ਗਏ? ਉੱਤਰ ਫਿਰ ਹੈ ਈੜੀ ਨੀਹਾਂ ਵਿੱਚ ਚਿਣਵਾ ਕੇ। ਪ੍ਰਸ਼ਨ ਨੰਬਰ 8, ਇੱਟ ਉੱਤੇ ਇੱਟ ਰੱਖ ਕੇ ਹੀਰਿਆਂ ਦੀ ਚਮਕ ਲੁਕਾਉਣ ਲਈ ਕਿਸ ਨੇ ਕਿਹਾ? ਉੱਤਰ ਫਿਰ ਹੈ ਈੜੀ ਹੋਣੀ ਨੇ, ਭਾਵ ਜੋ ਮਾਤਾ ਜੀ ਦੇ ਸੁਪਨੇ ਦੇ ਵਿੱਚ ਹੋਣੀ ਭਾਵ ਮੌਤ ਰਾਣੀ ਆਈ ਸੀ। ਪ੍ਰਸ਼ਨ ਨੰਬਰ 9, ਮਾਤਾ ਗੁਜਰੀ ਜੀ ਕਵਿਤਾ ਵਿੱਚ ਕਿਹੋ ਜਿਹੇ ਭਾਵ ਪ੍ਰਗਟ ਕੀਤੇ ਗਏ ਹਨ? ਈੜੀ ਕਰੁਣਾਮਈ, ਕਰੁਣਾਮਈ ਭਾਵ ਜਿਹਦੇ ਵਿੱਚ ਵਿਜੋਗ, ਵਿਛੋੜਾ, ਤਕਲੀਫ, ਦਰਦ ਹੋਵੇ, ਦਰਦਮਈ ਭਾਵ ਪ੍ਰਗਟ ਕੀਤੇ ਗਏ ਹਨ। ਸੋ ਇਹ ਜਿਹੜੇ ਪ੍ਰਸ਼ਨ ਆਪਾਂ ਉੱਪਰ ਪੜ੍ਹੇ ਹਨ ਉਹਨਾਂ ਦੇ ਉੱਤਰ ਨੇ। ਤੁਸੀਂ ਇਹਨੂੰ ਸਕਰੀਨ ਦੇ ਉੱਪਰ ਵੇਖ ਰਹੇ ਹੋ ਅਤੇ ਇਹਨਾਂ ਨੂੰ ਰੋਕ ਕੇ ਵੀ ਇਹਨਾਂ ਪ੍ਰਸ਼ਨਾਂ ਦੇ ਉੱਤਰ ਤੁਸੀਂ ਸਮਝ ਸਕਦੇ ਹੋ ਜਾਂ ਟਿਕ ਕਰ ਸਕਦੇ ਹੋ। ਸੋ ਅੱਗੇ ਹਨ ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਲਾਈਨ ਵਿੱਚ ਦਿਓ। ਪਹਿਲਾ ਹੈ ਮਾਤਾ ਗੁਜਰੀ ਜੀ ਕਵਿਤਾ ਦਾ ਰਚੇਤਾ ਕੌਣ ਹੈ? ਉੱਤਰ ਹੈ ਨੰਦ ਲਾਲ ਨੂਰਪੁਰੀ। ਪ੍ਰਸ਼ਨ ਨੰਬਰ 2, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ? ਮਾਤਾ ਗੁਜਰੀ ਜੀ। ਮਾਤਾ ਗੁਜਰੀ ਜੀ ਕਦੋਂ ਚੰਦਾਂ ਦੀਆਂ ਘੋੜੀਆਂ ਗਾ ਰਹੇ ਸਨ? ਅੱਧੀ ਰਾਤ ਸਮੇਂ। ਪ੍ਰਸ਼ਨ ਨੰਬਰ 4, ਮਾਤਾ ਗੁਜਰੀ ਜੀ ਕਵਿਤਾ ਵਿੱਚ ਆਏ ਸ਼ਬਦ ਚੰਦਾਂ ਦੀਆਂ ਘੋੜੀਆਂ ਤੋਂ ਕੀ ਭਾਵ ਹੈ? ਉੱਤਰ ਹੈ ਛੋਟੇ ਸਾਹਿਬਜ਼ਾਦਿਆਂ ਦੀਆਂ ਘੋੜੀਆਂ। ਵੈਸੇ ਬੇਟਾ ਜਿਹੜਾ ਘੋੜੀਆਂ ਸ਼ਬਦ ਹੈ ਜਦੋਂ ਬੱਚਿਆਂ ਦਾ ਵਿਆਹ ਹੁੰਦਾ ਉਸ ਟਾਈਮ ਜਿਹੜੀਆਂ ਭੈਣਾਂ ਨੇ ਆਪਣੇ ਵੀਰਾਂ ਦੇ ਸ਼ਗਨ ਵਜੋਂ ਗਾਉਂਦੀਆਂ ਨੇ ਘੋੜੀਆਂ, ਸ਼ਗਨਾਂ ਦਾ ਗੀਤ ਕਿਹਾ ਜਾਂਦਾ। ਅਤੇ ਮਾਤਾ ਗੁਜਰ ਕੌਰ ਜੀ ਆਪਣੇ ਪੋਤਰਿਆਂ ਦੀ ਸ਼ਹਾਦਤ ਦੇ ਉੱਪਰ ਉਹਨਾਂ ਦੀ ਬਹਾਦਰੀ ਦੇ ਕਿੱਸਿਆਂ ਨੂੰ ਘੋੜੀਆਂ ਦੇ ਰੂਪ ਦੇ ਵਿੱਚ ਬਿਆਨ ਕਰਦੇ ਨੇ। ਉਹਨਾਂ ਦੇ ਬੜੱਪਣ ਨੂੰ ਘੋੜੀਆਂ ਦੇ ਰੂਪ ਵਿੱਚ ਪੇਸ਼ ਕਰਦੇ ਨੇ। ਵਿਰਾਗਮਈ ਘੋੜੀਆਂ ਕਹਾਂਗੇ ਇੱਥੇ। ਪ੍ਰਸ਼ਨ ਨੰਬਰ 5, ਛੋਟੇ ਸਾਹਿਬਜ਼ਾਦਿਆਂ ਦੇ ਨਾਂ ਦੱਸੋ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ। ਪ੍ਰਸ਼ਨ ਨੰਬਰ 6, ਨੰਦ ਲਾਲ ਨੂਰਪੁਰੀ ਦੀ ਕਵਿਤਾ ਮਾਤਾ ਗੁਜਰੀ ਦੇ ਵਿੱਚ ਹੀਰਿਆਂ ਦੀ ਜੋੜੀ ਕਿਸ ਨੂੰ ਕਿਹਾ ਗਿਆ ਹੈ? ਉੱਤਰ ਹੈ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਨੂੰ। ਪ੍ਰਸ਼ਨ ਨੰਬਰ 7, ਮਾਤਾ ਗੁਜਰੀ ਜੀ ਨੇ ਕਿਹਨਾਂ ਦੀ ਲੋਹੜੀ ਵੰਡਣੀ ਸੀ? ਉੱਤਰ ਹੈ
ਮਾਤਾ ਗੁਜਰੀ ਨੇ ਆਪਣੇ ਪੋਤਰਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਲੋਹੜੀ ਵੰਡਣੀ ਸੀ। ਪ੍ਰਸ਼ਨ ਨੰਬਰ 8, ਢਿੱਡ ਦਾ ਸੇਕ ਤੋਂ ਕੀ ਭਾਵ ਹੈ? ਮਾਂ ਦਾ ਪਿਆਰ। ਸਾਹਿਬਜ਼ਾਦਿਆਂ ਨੇ ਹੱਸ-ਹੱਸ ਕੇ ਕਿਸ ਦੇ ਗਲ ਨਾਲ ਲੱਗਣ ਲਈ ਆਪਣੀ ਦਾਦੀ ਜੀ ਨੂੰ ਕਿਹਾ? ਉੱਤਰ ਹੈ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ। ਪ੍ਰਸ਼ਨ ਨੰਬਰ 10, ਛੋਟੇ ਸਾਹਿਬਜ਼ਾਦਿਆਂ ਦੇ ਦਾਦਾ ਜੀ ਕੌਣ ਸਨ? ਉੱਤਰ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ। ਪ੍ਰਸ਼ਨ ਨੰਬਰ 11, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਉੱਤੇ ਕੌਣ ਉਦਾਸ ਸੀ? ਉੱਤਰ ਹੈ ਮਾਤਾ ਗੁਜਰੀ ਜੀ। ਸੋ ਇਹ ਸਨ ਬੇਟਾ ਇਸ ਕਵਿਤਾ ਦੇ 1 ਤੋਂ 2 ਸ਼ਬਦਾਂ ਵਾਲੇ ਜਾਂ 1 ਤੋਂ 2 ਲਾਈਨਾਂ ਵਾਲੇ ਪ੍ਰਸ਼ਨਾਂ ਦੇ ਉੱਤਰ। ਅਤੇ ਉੱਪਰ ਤੁਹਾਨੂੰ ਬਹੁ ਵਿਕਲਪੀ ਜੋ ਪ੍ਰਸ਼ਨ ਉੱਤਰ ਹੁੰਦੇ ਹਨ ਉਹ ਦਿੱਤੇ ਹੋਏ ਹਨ ਅਤੇ ਨਾਲੋਂ ਨਾਲ ਉਹਨਾਂ ਦੀਆਂ 3 ਤੋਂ 4 ਆਪਸ਼ਨਾਂ ਜਿਨ੍ਹਾਂ ਦੇ ਵਿੱਚੋਂ ਤੁਸੀਂ ਇੱਕ ਨੂੰ ਚੂਜ਼ ਕਰਨਾ ਹੁੰਦਾ ਹੈ। ਸੋ ਅੱਗੇ ਤੁਹਾਨੂੰ ਕਵਿਤਾ ਦਾ ਕੇਂਦਰੀ ਭਾਵ ਅਤੇ ਉੱਪਰ ਪੂਰੀ ਕਵਿਤਾ ਨੂੰ ਅਸੀਂ ਨੇ ਕਵਿਤਾ ਦੀਆਂ ਲਾਈਨਾਂ, ਪ੍ਰਸੰਗ ਅਤੇ ਵਿਆਖਿਆ ਸਹਿਤ ਤੁਹਾਨੂੰ ਪੜ੍ਹਾਉਣ ਅਤੇ ਸਮਝਾਉਣ ਦੀ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ। ਸੋ ਉਮੀਦ ਕਰਦੇ ਹਾਂ ਵਿਦਿਆਰਥੀ ਇਸ ਕਵਿਤਾ ਦੇ ਭਾਵਾਂ ਤੋਂ ਜ਼ਰੂਰ ਜਾਣੂ ਹੋਏ ਹੋਣਗੇ। ਸੋ ਇਸ ਕਵਿਤਾ ਨੂੰ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਪਾਠ ਪੁਸਤਕ ਵਿੱਚੋਂ ਜ਼ਰੂਰ ਪੜ੍ਹਨਾ ਹੈ ਜਿਸ ਦਾ ਨਾਮ ਹੈ ਮਾਤਾ ਗੁਜਰੀ। ਸੋ ਇਸ ਕਵਿਤਾ ਨਾਲ ਸੰਬੰਧਿਤ ਇਹ ਪ੍ਰਸ਼ਨ ਉੱਤਰਾਂ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਹੋਰ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਨਾਲ। ਥੈਂਕ ਯੂ ਜੀ।